ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੀ ਸਹਜ ਸੁਭਾਏ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਰਸਨਾ ਹਰ ਸਾਧ ਲੱਗੀ ਸਹਜ ਸੁਭਾਏ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਸਦਾ ਸੁਖ ਸਾਚਾ ਸ਼ਬਦ ਵਿਚਾਰੀ। ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ। ਰਹਾਉ ਅੱਖੀ ਸੰਤੋਖੀਆ ਏਕ ਲਿਵ ਲਾਏ। ਮਨ ਸੰਤੋਖਿਆ ਦੂਜਾ ਭਉ ਗਵਾਏ। ਦੇਹ ਸਰੀਰ ਸੁਖ ਹੋਵੈ ਸ਼ਬਦ ਹਰਿ ਨਾਏ। ਨਾਮ ਪਰਮਲ ਹਿਰਦੈ ਰਹਿਆ ਸਮਾਏ। ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਜ ਬੈਰਾਗ। ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਜ ਬੈਰਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਦਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖ ਵਾਕ ਦੀ
ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਵਿੱਚ ਅਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾੜ ਹਾਲ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਹੁਕਮਨਾਮਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਜਿੱਥੇ ਸਦੀਵ ਕਾਲ ਸੋਕ ਗੁਰੂ ਸ਼ਬਦ ਦੀ ਵਿਚਾਰ ਕਰਕੇ ਪ੍ਰਾਪਤ ਹੁੰਦਾ ਹੈ, ਉੱਥੇ ਸਤਿਗੁਰਾਂ ਨੇ ਗੁਰਮੁਖਾਂ ਦੇ ਇੰਦਰੀਆ ਰੂਪੀ ਪਰਿਵਾਰ ਦਾ ਜ਼ਿਕਰ ਕੀਤਾ ਹੈ। ਸੰਗਤ ਜੀ ਭਾਵੇਂ ਸਤਿਗੁਰਾਂ ਦੇ ਗੁਰਬਾਣੀ ਵਿੱਚ ਇੰਦਰੀਆਂ ਨੂੰ ਔਰ ਕਈ ਵਾਰ ਸੰਬੋਧਨ ਵੀ ਕੀਤਾ ਹੈ। ਅੱਖਾਂ ਨੂੰ ਸੰਬੋਧਨ ਕੀਤਾ ਹੈ, ਜ਼ਬਾਨ ਨੂੰ ਕੀਤਾ ਹੈ, ਕੰਨਾਂ ਨੂੰ ਕੀਤਾ ਹੈ, ਪਰ ਇੱਥੇ ਹਜ਼ੂਰ ਨੇ ਉਹਨਾਂ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਇਹ ਇੰਦਰੀਆ ਰੂਪੀ ਪਰਿਵਾਰ ਟਿਕਾਓ ਵਿੱਚ ਹੈ, ਜਿਨ੍ਹਾਂ ਦੇ ਇਹ ਇੰਦਰੇ ਟਿਕੇ ਹੋਏ ਨੇ ਵਾਹਿਗੁਰੂ ਦੇ ਸਿਮਰਨ ਕਰਕੇ। ਉਹਨਾਂ ਦਾ ਜ਼ਿਕਰ ਹਜ਼ੂਰ ਨੇ ਇਸ ਪਾਵਨ ਸ਼ਬਦ ਦੇ ਅੰਦਰ ਕੀਤਾ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਸੰਗਤ ਜੀ, ਰਾਗ ਵਡਹੰਸ ਵਿੱਚ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ। ਰਾਗ ਵਡਹੰਸ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ, ਭਾਵ 12 ਤੋਂ ਲੈ ਕੇ 3 ਵਜੇ ਤੱਕ ਇਹ ਰਾਗ ਗਾਉਣ ਦੀ ਹਦਾਇਤ ਹੈ। ਔਰ ਨਾਲ ਹੀ ਵਡਹੰਸ ਰਾਗ ਜਿਹੜਾ ਹੈ ਇਹ ਰਾਤ ਦੇ ਦੂਜੇ ਪਹਿਰ ਵਿੱਚ ਵੀ ਗਾਇਆ ਜਾਂਦਾ ਹੈ। ਇਉਂ ਵਿਦਵਾਨਾਂ ਨੇ ਇਹਦੀ ਵਿਚਾਰ ਦੱਸੀ ਹੈ। ਔਰ ਅੱਜ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 560 ਤੇ ਸੁਭਾਏਮਾਨ ਹੈ। ਰਸਨਾ
ਹਰ ਸਾਧ ਲੱਗੀ ਸਹਿਜ ਸੁਭਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਸੁੱਤੇ ਸਿੱਧੀ ਇਹ ਜ਼ਬਾਨ ਉਹਨਾਂ ਗੁਰਮੁਖਾਂ ਦੀ ਵਾਹਿਗੁਰੂ ਦੇ ਨਾਮ ਰਸ ਵਿੱਚ ਜੁੜ ਗਈ। ਸੰਗਤ ਜੀ, ਜਿਵੇਂ ਬੱਚੇ ਨੂੰ ਟੋਫੀ ਦਈਏ ਤੇ ਉਹਨੂੰ ਟੋਫੀ ਵਿੱਚੋਂ ਸਵਾਦ ਪ੍ਰਾਪਤ ਹੁੰਦਾ ਹੈ, ਫਿਰ ਉਹ ਵਾਰ-ਵਾਰ ਟੋਫੀਆਂ ਦੀ ਮੰਗ ਕਰੇਗਾ ਕਿ ਮੈਨੂੰ ਹੋਰ ਦਿਓ। ਇਸੇ ਤਰ੍ਹਾਂ ਹੀ ਜਦੋਂ ਰਸਨਾ ਵਾਹਿਗੁਰੂ ਦੇ ਨਾਮ ਵਿੱਚ ਜੁੜਦੀ ਹੈ ਨਾ ਜੀ, ਫਿਰ ਇਹਨੂੰ ਨਾਮ ਦਾ ਸਵਾਦ ਰਸ ਪ੍ਰਾਪਤ ਹੁੰਦਾ ਹੈ। ਫਿਰ ਇਹ ਉਹ ਰਸ ਨੂੰ ਛੱਡਦੀ ਨਹੀਂ, ਕਿਉਂਕਿ ਜ਼ਬਾਨ ਦਾ ਇਹ ਸੁਭਾਅ ਹੈ ਵੀ ਜਿਹੜੇ ਵੀ ਰਸਾ ਕਸਾ ਨਾਲ ਇਹ ਜੁੜਦੀ ਹੈ ਨਾ, ਉਹਨੂੰ ਵਾਰ-ਵਾਰ ਇਹ ਮੰਗਦੀ ਹੈ। ਇਸੇ ਕਰਕੇ ਹੀ ਹਜ਼ੂਰ ਨੇ ਜ਼ਿਕਰ ਕੀਤਾ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੇ ਰਸਨਾ, ਹੇ ਜ਼ਬਾਨ, ਤੂੰ ਨਾਮ ਰਸ ਤਿਆਗ ਕੇ ਹੋਰ ਰਸਾਂ ਦੇ ਵਿੱਚ ਰਚੀ ਹੋਈ ਹੈ, ਜਿਸ ਕਰਕੇ ਤੇਰੀ ਪਿਆਸ, ਤੇਰੀ ਤ੍ਰਿਸ਼ਨਾ, ਤੇਰੀ ਭੁੱਖ ਨਹੀਂ ਜਾਂਦੀ। ਸੰਗਤ ਜੀ, ਇਹ ਜ਼ਬਾਨ ਰੱਜਦੀ ਨਹੀਂ। ਆਪਾਂ ਜਦੋਂ ਸਮਾਜ ਵੱਲੇ ਵੇਖਦੇ ਹਾਂ, ਕਿਸੇ ਨੇ 100 ਸਾਲ ਇਹ ਜ਼ਬਾਨ ਦੀ ਵਰਤੋਂ ਕੀਤੀ, ਕਿਸੇ ਨੇ ਵੱਧ ਵੀ ਕੀਤੀ ਹੋਵੇਗੀ, ਕਿਸੇ ਨੇ ਘੱਟ ਵੀ ਕੀਤੀ ਹੋਵੇਗੀ, ਪਰ ਇਹ ਜ਼ਬਾਨ ਰੱਜੀ ਫੇਰ ਵੀ ਨਹੀਂ। ਇਹ ਰੱਜੇਗੀ ਤਾਂ ਹੀ ਜਦੋਂ ਵਾਹਿਗੁਰੂ ਦਾ ਨਾਮ ਰਸ ਇਹਦੇ ਪੱਲੇ ਪਵੇਗਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਕਿਤਾ ਹੈ, ਜਿਚਰ ਹਰਸ ਪੱਲਾ ਨਾ ਪਾਏ। ਜਿੰਨਾ ਚਿਰ ਇਹ ਜ਼ਬਾਨ ਤੇਰੇ ਪੱਲੇ ਵਾਹਿਗੁਰੂ ਦਾ ਨਾਮ ਰਸ ਨਹੀਂ ਪੈਂਦਾ, ਉਹਨਾਂ ਚਿਰ ਤੇਰੀ ਪਿਆਸ ਖਤਮ ਨਹੀਂ ਹੋਵੇਗੀ। ਸੰਗਤ ਜੀ, ਉਹ ਗੁਰਮੁਖ ਗੁਰਸਿੱਖ ਪਰਮੇਸ਼ਰ ਦੇ ਪਿਆਰੇ ਭਗਤ ਜਨ ਤੰਤਾ ਦੇ ਯੋਗ ਨੇ, ਜਿਨ੍ਹਾਂ ਨੇ ਇਸ ਰਸਨਾ ਨੂੰ, ਇਸ ਜ਼ਬਾਨ ਨੂੰ ਹੋਰ ਰਸਾਂ ਤੋਂ ਵਰਜ ਕੇ ਵਾਹਿਗੁਰੂ ਦੇ ਨਾਮ ਰਸ ਵਿੱਚ ਜੋੜਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹਨਾਂ ਨੂੰ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ। ਉਹਨਾਂ ਦੀ ਜ਼ਬਾਨ ਸੁੱਤੇ ਸਿੱਧੀ ਹਰੀ ਦੇ ਨਾਮ ਰੂਪੀ ਸਵਾਦ ਵਿੱਚ, ਰਸ ਵਿੱਚ ਲੱਗੀ ਰਹਿੰਦੀ ਹੈ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ, ਉਹਨਾਂ ਗੁਰਮੁਖਾਂ ਦਾ ਮਨ ਨਾਮ ਧਿਆ ਕੇ, ਨਾਮ ਨੂੰ ਚੇਤੇ ਕਰਕੇ, ਸਿਮਰ ਕੇ ਤ੍ਰਿਪਤ ਹੋ ਗਿਆ ਹੈ।
ਮਨ ਸਮੁੰਦਰ ਦੀ ਨਿਆਈ ਹੈ ਸੰਗਤ ਜੀ। ਜਿਵੇਂ ਸਮੁੰਦਰ ਦੇ ਵਿੱਚ ਜਿੰਨਾ ਮਰਜ਼ੀ ਆਪਾਂ ਪਾਣੀ ਪਾਈ ਜਾਈਏ ਪਰ ਉਹ ਤ੍ਰਿਪਤ ਨਹੀਂ ਹੁੰਦਾ। ਇਹ ਮਨ ਵੀ ਐਸਾ ਹੀ ਹੈ। ਇਹ ਮਨ ਤ੍ਰਿਪਤ ਨਹੀਂ ਹੁੰਦਾ। ਦੁਨਿਆਵੀ ਪਦਾਰਥਾਂ ਕਰਕੇ, ਮਾਇਆ ਕਰਕੇ, ਵਿਕਾਰਾਂ ਕਰਕੇ ਮਨ ਤ੍ਰਿਪਤ ਨਹੀਂ ਹੋਵੇਗਾ। ਪਰ ਮਨ ਨੂੰ ਤ੍ਰਿਪਤੀ ਤਾਂ ਹੀ ਹੋਵੇਗੀ ਜਦੋਂ ਇਹ ਵਾਹਿਗੁਰੂ ਦਾ ਨਾਮ ਧਿਆਵੇਗਾ, ਸਿਮਰਨ ਕਰੇਗਾ, ਤੇ ਫਿਰ ਇਹਨੂੰ ਸੰਤੋਖ ਪ੍ਰਾਪਤ ਹੋਵੇਗਾ। ਫਿਰ ਇਹ ਮਨ ਦੌੜੇ ਭੱਜੇਗਾ ਨਹੀਂ, ਫਿਰ ਟਿਕ ਜਾਵੇਗਾ। ਪਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਸਾਡੇ ਸਰੀਰ ਦੇ ਜਿਹੜੇ ਇੰਦਰੇ ਨੇ ਨਾ ਜੀ, ਇਹ ਵੱਖ-ਵੱਖ ਲਾਲਚਾਂ ਕਰਕੇ ਸੁੱਤੇ ਹੋਏ ਨੇ। ਰਸਨਾ ਸੋਈ ਲੋਭ ਮੀਠੇ ਸਾਧ। ਜ਼ਬਾਨ ਜਿਹੜੀ ਹੈ ਨਾ, ਇਹ ਮਿੱਠੇ ਦੇ ਸਵਾਦ ਲਾਲਚ ਕਰਕੇ ਸੁੱਤੀ ਹੋਈ ਹੈ। ਮਨ ਸੋਇਆ ਮਾਇਆ ਬਿਸਮਾਦ। ਜਿਹੜਾ ਮਨ ਹੈ ਇਹ ਮਾਇਆ ਦੇ ਅਨੇਕ ਪ੍ਰਕਾਰ ਦੇ ਕੌਤਕਾਂ ਨੂੰ ਵੇਖ ਕਰਕੇ ਸੁੱਤਾ ਪਿਆ ਹੈ। ਪਰ ਹਜ਼ੂਰ ਨੇ ਜ਼ਿਕਰ ਕੀਤਾ ਹੈ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੂ ਉਹ ਆਪਣੀ ਲਹੇ। ਜਿਹੜੇ ਸਾਡੇ ਕੰਨ ਨੇ ਇਹ ਵੀ ਨਿੰਦਿਆ ਸੁਣ ਸੁਣ ਕੇ ਸੁੱਤੇ ਪਏ ਨੇ। ਔਰ ਇਸ ਤਰ੍ਹਾਂ ਇਹ ਜਿਹੜੇ ਸਰੀਰ ਦੇ ਅੰਗ ਨੇ, ਇੰਦਰੇ ਨੇ, ਇਹ ਇੰਦਰੇ ਜਿਹੜੇ ਨੇ ਨਾ ਜੀ, ਵੱਖ-ਵੱਖ ਰਸਾਂ ਵਿੱਚ ਲੱਗ ਕਰਕੇ ਸੁੱਤੇ ਹੋਏ ਨੇ। ਅਸਲ ਦੇ ਵਿੱਚ ਇਹ ਘਰ ਦੇ ਮਾਲਕ ਨੇ, ਤੇ ਇਹ ਸਾਰੇ ਸੁੱਤੇ ਹੋਏ ਨੇ। ਇਹਨਾਂ ਦੇ ਸੌਣ ਕਰਕੇ ਪੰਜ ਚੋਰ ਜਿਹੜੇ ਨੇ ਉਹ ਘਰ ਨੂੰ ਲੱਗੇ ਹੋਏ ਨੇ। ਜਿਹੜੇ ਅੰਮ੍ਰਿਤ ਵਰਗੇ ਗੁਣਾ ਰੂਪੀ ਵਸਤੂਆਂ ਨੂੰ ਲੁੱਟੀ ਜਾਂਦੇ ਨੇ, ਪਰ ਇਹਨਾਂ ਨੂੰ ਕੋਈ ਪਤਾ ਨਹੀਂ। ਬੰਦਾ ਘੂਕ ਸੁੱਤਾ ਹੋਵੇ ਨਾ, ਤੇ ਕਈ ਵਾਰ ਜਿਹੜੇ ਚੋਰ ਨੇ ਉਹ ਸਰਾਣਿਓਂ ਚਾਬੀਆਂ ਚੁੱਕ ਕੇ ਚੋਰੀ ਕਰ ਜਾਂਦੇ ਨੇ। ਬੰਦੇ ਨੂੰ ਪਤਾ ਨਹੀਂ ਲੱਗਦਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹੇ। ਇਸ ਸਰੀਰ ਰੂਪੀ ਘਰ ਦੇ ਵਿੱਚ ਕੋਈ ਵੀ ਇੰਦਰਾ ਉਹ ਜਾਗਰਤ ਅਵਸਥਾ ਵਿੱਚ ਜਾਗਦਾ ਰਹਿੰਦਾ। ਤੇ ਸੰਗਤ ਜੀ, ਜਿਹੜੀ ਸ਼ੁਭ ਗੁਣਾ ਰੂਪੀ ਵਸਤੂ ਸੀ ਨਾ, ਉਹ ਆਪਣੀ ਸਾਬਤ ਬਚਾ ਸਕਦਾ ਸੀ। ਪਰ ਇਹ ਸਾਡਾ ਸਰੀਰ ਰੂਪੀ ਘਰ ਦਿਨੇ ਤੇ ਰਾਤ ਲੁੱਟਿਆ ਜਾ ਰਿਹਾ ਹੈ। ਅਸੀਂ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤੇ ਪਏ ਹਾਂ।
ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧੰਨ ਹਨ ਉਹ ਗੁਰੂ ਕੇ ਲਾਲ ਗੁਰਸਿੱਖ ਪਰਮੇਸ਼ਰ ਨਾਲ ਪਿਆਰ ਕਰਨ ਵਾਲੇ, ਜਿਨ੍ਹਾਂ ਦੇ ਇਹ ਇੰਦਰੇ ਜਿਹੜੇ ਨੇ ਨਾ ਉਹ ਜਾਗ ਪਏ ਨੇ। ਰਸਨਾ ਜਿਹੜੀ ਮਿੱਟੇ ਦੇ ਲਾਲਚ ਵਿੱਚ ਸੁੱਤੀ ਹੋਈ ਸੀ, ਸੰਗਤ ਜੀ ਇਹਦੇ ਜਾਗੇ ਦੀ ਨਿਸ਼ਾਨੀ ਹੈ। ਹੁਣ ਗੁਰੂ ਕੀ ਬਾਣੀ ਪੜਨ ਲੱਗ ਪਈ ਹੈ। ਜੇ ਰਸਨਾ ਬਾਣੀ ਪੜ੍ਹਦੀ ਹੈ ਨਾ ਤੇ ਸਮਝੋ ਵੀ ਇਹ ਜਾਗ ਪਈ ਹੈ, ਇਹਦੀ ਮੂਰਛਤਾ ਖੁੱਲ ਗਈ ਹੈ। ਔਰ ਜਿਹੜਾ ਮਨ ਮਾਇਆ ਦੇ ਕੌਤਕਾਂ ਵਿੱਚ ਸੁੱਤਾ ਹੋਇਆ ਸੀ, ਸੱਚੇ ਪਾਤਸ਼ਾਹ ਜੀ ਕਹਿੰਦੇ ਸਮਝੋ ਜੇ ਇਹ ਨਾਮ ਧਿਆਉਣ ਲੱਗ ਪਿਆ ਨਾ ਤੇ ਭਾਈ ਇਹ ਵੀ ਜਾਗ ਪਿਆ ਹੈ। ਤੇ ਸਤਿਗੁਰੂ ਜੀ ਕਹਿੰਦੇ ਮਨ ਤ੍ਰਿਪਤਿਆ ਹਰ ਨਾਮ ਧਿਆਏ। ਹਰੀ ਦੇ ਨਾਮ ਨੂੰ ਧਿਆ ਕੇ ਮਨ ਜਿਹੜਾ ਸੀ ਉਹ ਤ੍ਰਿਪਤ ਹੋ ਗਿਆ, ਮਨ ਰੱਜ ਗਿਆ ਹੈ। ਮਨ ਵਿੱਚ ਹੁਣ ਕੋਈ ਇੱਛਾ ਨਹੀਂ ਰਹੀ, ਕੋਈ ਕਾਮਨਾ ਨਹੀਂ ਰਹੀ, ਮਨ ਬਿਲਕੁਲ ਸੰਤੋਖ ਵਿੱਚ ਹੈ। ਐਸੇ ਗੁਰੂ ਕੇ ਲਾਲ ਜਿਨ੍ਹਾਂ ਨੇ ਆਪਣੇ ਅੰਤਮ ਸਮੇਂ ਇਹ ਬਚਨ ਵੀ ਕਹੇ ਕਿ ਮਨ ਹੁਣ ਤ੍ਰਿਪਤ ਹੈ, ਮਨ ਨੂੰ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ। ਰੱਜ ਕੇ ਬਾਣੀ ਵੀ ਪੜ੍ਹੀ ਹੈ, ਸਿਮਰਨ ਵੀ ਕੀਤਾ ਹੈ, ਸੇਵਾ ਵੀ ਕੀਤੀ ਹੈ ਔਰ ਗੁਰਧਾਮਾਂ ਦੀ ਯਾਤਰਾ ਵੀ ਕੀਤੀ ਹੈ। ਹੁਣ ਤਾਂ ਮਨ ਤ੍ਰਿਪਤ ਹੋ ਗਿਆ। ਐਸੇ ਵੀ ਗੁਰਸਿੱਖ ਗੁਰਮੁਖ ਹਨ ਕਿ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਜ਼ਬਾਨ ਸੁੱਤੇ ਸਿੱਧੀ ਹਰੀ ਪਰਮੇਸ਼ਰ ਦੇ ਨਾਮ ਦੇ ਸਵਾਦ ਵਿੱਚ ਲੱਗੀ ਹੈ। ਤੇ ਜਿਹੜਾ ਮਨ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਤ੍ਰਿਪਤ ਹੋ ਗਿਆ ਹੈ, ਸੰਤੋਖ ਨੂੰ ਪ੍ਰਾਪਤ ਕਰ ਲਿਆ। ਸਦਾ ਸੁਖ ਸਾਚਾ ਸ਼ਬਦ ਵਿਚਾਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਜੀਵ, ਹੇ ਪ੍ਰਾਣੀ, ਹੇ ਮਨੁੱਖ, ਜੇ ਤੂੰ ਸਦੀਵ ਕਾਲ ਸੁਖ ਚਾਹੁੰਦਾ ਹੈ ਨਾ, ਜੇ ਲੋੜੇ ਸਦਾ ਸੁਖ ਭਾਈ, ਸਾਧੂ ਸੰਗਤ ਗੁਰੈ ਬਤਾਈ। ਇਹ ਭਾਈ ਜੇ ਤੂੰ ਸਦੀਵ ਕਾਲ ਸੁਖ ਚਾਹੁੰਦਾ ਹੈ ਨਾ ਤੇ ਫਿਰ ਗੁਰੂ ਕੀ ਸੰਗਤ ਕਰਿਆ ਕਰ, ਸਤਿਪੁਰਖਾਂ ਦੀ ਸੰਗਤ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਨੇ ਸਦਾ ਸੁਖ ਸਾਚਾ ਸ਼ਬਦ ਵਿਚਾਰੀ। ਜਿਹੜੇ ਗੁਰੂ ਦੇ ਸੱਚੇ ਉਪਦੇਸ਼ ਦੀ ਵਿਚਾਰ ਕਰਦੇ ਨੇ, ਅਭਿਆਸ ਕਰਦੇ ਨੇ, ਸਿਮਰਨ ਕਰਦੇ ਨੇ, ਫਿਰ ਉਹਨਾਂ ਨੂੰ ਸਦੀਵ ਕਾਲ ਆਤਮਕ ਸੁਖ ਪ੍ਰਾਪਤ ਹੁੰਦਾ ਹੈ। ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਤੋਂ ਸਦੀਵ ਕਾਲ ਕੁਰਬਾਨ ਜਾਂਦਾ ਰਹਾਉ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ। ਅੱਖੀ ਸੰਤੋਖੀਆ ਏਕ ਲਿਵ ਲਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਅੱਖਾਂ ਜਿਹੜੀਆਂ ਰੱਜਦੀਆਂ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਅੱਖੀ ਵੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਅੱਖਾਂ, ਇਹ ਨੇਤਰ ਸੰਸਾਰ ਦੇ ਬਹੁਤ ਰੰਗ ਤਮਾਸ਼ੇ ਵੇਖ ਕੇ ਵੀ ਤ੍ਰਿਪਤ ਨਹੀਂ ਹੁੰਦੇ।
ਸੰਗਤ ਜੀ, ਕਿਤੇ ਅੱਖਾਂ ਦੇ ਗਾੜੀ ਕੋਈ ਜਾਲਾ, ਕੋਈ ਧੁੰਦਲਾ ਪੜ ਆ ਜਾਵੇ ਤੇ ਬੰਦੇ ਦੇ ਭਾਰੀ ਬਣ ਜਾਂਦੀ ਹੈ। ਬੜੀਆਂ ਨਿਆਮਤ ਨੇ ਅੱਖਾਂ, ਯਤਨ ਕਰਦਾ ਹੈ, ਡਾਕਟਰ ਕੋਲ ਜਾਂਦਾ ਹੈ, ਦਵਾ ਦਾਰੂ ਲੈਂਦਾ ਹੈ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਤੇਰੀਆਂ ਅੱਖਾਂ ਤ੍ਰਿਪਤ ਹੋ ਗਈਆਂ ਨੇ, ਤੇਰੇ ਨੇਤਰ ਤ੍ਰਿਪਤ ਹੋ ਗਏ ਨੇ, ਤੇ ਉਹ ਕਹੇਗਾ ਨਹੀਂ, ਮੇਰਾ ਅਜੇ ਵੀ ਜੀ ਕਰਦਾ ਹੈ ਮੈਂ ਇਹਨਾਂ ਅੱਖਾਂ ਦੇ ਨਾਲ ਸੰਸਾਰ ਨੂੰ ਤੱਕਾਂ। ਸੰਸਾਰ ਦੇ ਰੰਗ ਤਮਾਸ਼ੇ ਵੇਖਦੇ ਹੋਏ ਇਹ ਜਿਹੜੇ ਨੇਤਰ ਨੇ, ਅੱਖਾਂ ਨੇ, ਸੰਗਤ ਜੀ, ਇਹ ਤ੍ਰਿਪਤ ਨਹੀਂ ਹੁੰਦੇ, ਇਹ ਰੱਜਦੇ ਨਹੀਂ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਸਤਿਗੁਰੂ ਜੀ ਕਹਿੰਦੇ ਨੇ, ਇਹ ਮੇਰੀ ਅੱਖੋ, ਪਰਮਾਤਮਾ ਨੇ ਤੁਹਾਡੇ ਵਿੱਚ ਜੋਤ ਟਿਕਾਈ ਸੀ, ਇਸ ਕਰਕੇ ਕਿ ਤੁਸੀਂ ਇੱਕ ਨੂੰ ਵੇਖਣਾ ਕਰੋ। ਪਰ ਤੁਸੀਂ ਇੱਕ ਨੂੰ ਛੱਡ ਕੇ ਤੇ ਬਹੁਤਿਆਂ ਦੇ ਪਿੱਛੇ ਚਲੇ ਗਈਆਂ। ਐ ਮੇਰੇ ਨੇਤਰੋ, ਵਾਹਿਗੁਰੂ ਨੇ ਤੁਹਾਡੇ ਅੰਦਰ ਜੋਤ ਇਸ ਕਰਕੇ ਟਿਕਾਈ ਸੀ ਕਿ ਤੁਸੀਂ ਇੱਕ ਨੂੰ ਤੱਕੋ, ਪਰ ਤੁਸੀਂ ਇੱਕ ਨੂੰ ਤੱਕਣ ਦੀ ਬਜਾਏ ਚਾਰ ਚੁਫੇਰੇ ਤੱਕੀ ਜਾਂਦੇ ਹੋ, ਪਰ ਤੁਹਾਡੀਆਂ ਅੱਖਾਂ ਨੂੰ ਤ੍ਰਿਪਤੀ ਨਹੀਂ ਆ ਰਹੀ। ਸਤਿਗੁਰੂ ਜੀ ਕਹਿੰਦੇ, ਧੰਨ ਹਨ ਉਹ ਗੁਰਮੁਖ ਗੁਰਸਿੱਖ, ਅੱਖੀਂ ਸੰਤੋਖੀਆਂ ਏਕ ਲਿਵ ਲਾਏ। ਜਿਨ੍ਹਾਂ ਨੇ ਇੱਕ ਵਾਹਿਗੁਰੂ ਨਾਲ, ਇੱਕ ਗੁਰੂ ਦੇ ਸ਼ਬਦ ਵਿੱਚ ਆਪਣੀ ਲਿਵ ਲਾ ਕੇ, ਸੰਗਤ ਜੀ, ਇਹਨਾਂ ਅੱਖਾਂ ਨੂੰ ਤ੍ਰਿਪਤੀ ਆ ਗਈ ਹੈ, ਅੱਖਾਂ ਨੂੰ ਸੰਤੋਖ ਆ ਗਿਆ। ਹੁਣ ਇਹ ਅੱਖਾਂ ਨਾ ਤਾਂ ਪਰਾਏ ਧਨ ਨੂੰ ਤੱਕਦੀਆਂ ਨੇ, ਤੇ ਨਾ ਹੀ ਇਹ ਪਰਾਏ ਤਨ ਨੂੰ ਤੱਕਦੀਆਂ ਨੇ। ਹੁਣ ਇਹ ਸੰਤੋਖ ਪ੍ਰਾਪਤ ਹੋ ਗਿਆ ਹੈ। ਪਰ ਅੱਜ ਦੇ ਸਮੇਂ ਅੰਦਰ ਜੇ ਵੇਖਿਆ ਜਾਵੇ ਤੇ ਬਹੁਤਿਆਂ ਦੀਆਂ ਅੱਖਾਂ ਨੂੰ ਤਾਂ ਇਤਨਾ ਹਲਕਾ ਹੋਇਆ ਪਿਆ ਨਾ ਜੀ, ਉਹ ਪਰਾਏ ਤਨ ਨੂੰ ਤੇ ਪਰਾਏ ਧਨ ਨੂੰ ਤੱਕਣੋਂ ਹਟਦੇ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ, ਇਹ ਵਾਹਿਗੁਰੂ ਨੇ ਅੱਖਾਂ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਵੇਖਣ ਵਾਸਤੇ ਦਿੱਤੀਆਂ ਨੇ, ਤੇ ਫਿਰ ਕੀ ਵੇਖਣਾ ਹੈ? ਹਰ ਇੱਕ ਦੇ ਅੰਦਰ ਉਹਦੀ ਜੋਤ ਨੂੰ ਤੱਕਣਾ ਕਰ। ਹਰ ਇੱਕ ਜੀਵ ਦੇ ਅੰਦਰ ਉਹ ਵਾਹਿਗੁਰੂ ਦੀ ਜੋਤ ਹੈ, ਉਹਨੂੰ ਤੱਕਣਾ ਕਰ। ਔਰ ਵਾਹਿਗੁਰੂ ਦੀ ਕੁਦਰਤ ਨੂੰ ਤੱਕਣਾ ਕਰ ਕਿ ਪਰਮਾਤਮਾ ਕਿੱਡਾ ਸਚਰਜ ਹੈ, ਕਿੱਡਾ ਬੇਅੰਤ ਹੈ। ਉਸ ਪਰਮਾਤਮਾ ਨੇ ਜੀਵਾਂ ਵਰਗੇ ਜੀਵ ਪੈਦਾ ਨਹੀਂ ਕੀਤੇ। ਕਿਤੇ ਕਿਤੇ ਭੁਲੇਖਾ ਤਾਂ ਪੈ ਜਾਂਦਾ ਹੈ, ਪਰ ਸੰਗਤ ਜੀ, ਜੀਵਾਂ ਦੇ ਰੰਗ, ਜੀਵਾਂ ਦੇ ਸੁਭਾਅ ਵੱਖਰੇ ਵੱਖਰੇ ਪਰਮੇਸ਼ਰ ਨੇ ਪੈਦਾ ਕੀਤੇ। ਇੱਥੇ ਹੀ ਬਸ ਨਹੀਂ, ਆ ਜਿਹੜੇ ਹੱਥਾਂ ਦੇ ਫਿੰਗਰ ਨੇ, ਇਹ ਵੀ ਸਾਰਿਆਂ ਦੇ ਵੱਖਰੇ ਵੱਖਰੇ ਨੇ, ਕਿਸੇ ਨਾਲ ਕਿਸੇ ਦੇ ਰਲਦੇ ਨਹੀਂ। ਕਿੱਡਾ ਬੇਅੰਤ ਹੈ ਉਹ। ਸੰਗਤ ਜੀ, ਇਹ ਉਹਨੂੰ ਤੱਕਣਾ ਚਾਹੀਦਾ ਹੈ ਵੀ ਉਹ ਵਾਹਿਗੁਰੂ ਕਿੱਡਾ ਬੇਅੰਤ ਹੈ। ਉਹਨੇ ਕਿੱਡੇ ਸੋਹਣੇ ਸਰੂਪ ਬਣਾਏ ਨੇ, ਮਾਤ ਲੋਕ ਵਿੱਚ ਭੇਜੇ ਨੇ, ਪਰ ਉਹਨਾਂ ਸਰੂਪਾਂ ਨਾਲ ਨਹੀਂ ਜੁੜ ਜਾਣਾ ਚਾਹੀਦਾ। ਉਹ ਸੋਹਣੇ ਰੂਪ ਨਾਲ ਨਹੀਂ ਜੁੜਨਾ ਚਾਹੀਦਾ। ਆਹ ਵੇਖਣਾ ਚਾਹੀਦਾ ਵੀ ਇਹਨੂੰ ਸਾਜਣ ਵਾਲੇ ਨੇ ਕਿੱਡਾ ਸੋਹਣਾ ਸਾਜਿਆ ਹੈ, ਕਿੱਡਾ ਸੁੰਦਰ ਬਣਾਇਆ ਹੈ।
ਪਰ ਜਿਹਨੇ ਬਣਾਇਆ ਉਹ ਆਪ ਕਿੱਡਾ ਸੁੰਦਰ ਹੋਵੇਗਾ, ਇਹ ਤੱਕਣਾ ਚਾਹੀਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਗੁਰਮੁਖਾਂ ਦੀਆਂ ਅੱਖਾਂ ਜਿਹੜੀਆਂ ਨੇ ਨਾ ਜੀ, ਉਹ ਇੱਕ ਨਾਲ ਲਿਵ ਲਾ ਕੇ ਸੰਤੋਖੀਆਂ ਗਈਆਂ। ਉਹਨਾਂ ਨੂੰ ਸੰਤੋਖ ਆ ਗਿਆ, ਨਾ ਉਹ ਪਰਾਏ ਰੂਪ ਨੂੰ ਤੱਕਦੀਆਂ ਨੇ, ਨਾ ਪਰਾਏ ਧਨ ਨੂੰ ਤੱਕਦੀਆਂ ਨੇ। ਉਹ ਤਾਂ ਸੰਗਤ ਜੀ ਪਰ ਬੇਟੀ ਕੋ ਬੇਟੀ ਜਾਣੇ, ਉਹ ਤਾਂ ਪਰਾਈਆਂ ਬੇਟੀਆਂ ਨੂੰ ਧੀਆਂ ਨੂੰ ਵੀ ਆਪਣੀਆਂ ਧੀਆਂ ਜਾਣਦੇ ਨੇ, ਪਰ ਇਸਤਰੀ ਕੋ ਮਾਤ ਬਖਾਨੇ। ਉਹ ਤਾਂ ਪਰਾਈਆਂ ਔਰਤਾਂ ਨੂੰ ਵੀ ਆਪਣੀਆਂ ਮਾਵਾਂ ਜਾਣਦੇ ਨੇ। ਇਹ ਉਹਨਾਂ ਦੀ ਅੱਖਾਂ ਦਾ ਸੰਤੋਖ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਨਾਲ ਜੁੜ ਕਰਕੇ ਭਾਈ ਉਹਨਾਂ ਦੀਆਂ ਅੱਖਾਂ ਨੂੰ ਸੰਤੋਖ ਪ੍ਰਾਪਤ ਹੋਇਆ। ਮਨ ਸੰਤੋਖਿਆ ਦੂਜਾ ਭਾਉ ਗਵਾਏ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਗੁਰਮੁਖਾਂ ਗੁਰਸਿੱਖਾਂ ਪਰਮੇਸ਼ਰ ਦੇ ਪਿਆਰਿਆਂ ਨੇ ਭਾਈ ਦੂਜਾ ਭਾਉ ਜਿਹੜਾ ਦਵੈਤ ਭਾਵ ਸੀ ਨਾ, ਦੁਬਦਾ, ਈਰਖਾ, ਵਕੀਲੀ, ਚੁਗਲੀ, ਨਿੰਦਿਆ, ਇਹ ਦਵੈਤ ਭਾਵ ਹੈ। ਇਹਨੂੰ ਗਵਾ ਕਰਕੇ ਉਹਨਾਂ ਦੇ ਮਨ ਨੂੰ ਵੀ ਸੰਤੋਖ ਪ੍ਰਾਪਤ ਹੋਇਆ। ਮਨ ਜਿਹੜਾ ਨਾ ਉਹ ਟਿਕ ਗਿਆ ਹੈ। ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ। ਸੰਗਤ ਜੀ ਦੇ ਸਤੂਲ ਸਰੀਰ ਨੂੰ ਕਹਿੰਦੇ ਨੇ। ਆ ਜਿਹੜਾ ਆਪਣਾ ਸਰੀਰ ਹੈ ਨਾ, ਇਹ ਸਤੂਲ ਸਰੀਰ ਹੈ, ਤੇ ਇਹਦੇ ਅੰਦਰ ਇੱਕ ਹੋਰ ਸਰੀਰ ਹੈ, ਉਹਨੂੰ ਸੂਖਮ ਸਰੀਰ ਕਹਿੰਦੇ ਨੇ। ਔਰ ਸਰੀਰਾਂ ਦੀ ਬਾਬਤ ਵਿਦਵਾਨਾਂ ਨੇ ਤਿੰਨ ਤਰ੍ਹਾਂ ਦਾ ਜ਼ਿਕਰ ਕੀਤਾ ਹੈ, ਸਤੂਲ, ਸੂਖਮ ਤੇ ਕਾਰਨ। ਇਹ ਤਿੰਨ ਤਰ੍ਹਾਂ ਦੇ ਸਰੀਰ ਨੇ। ਜਿਵੇਂ ਆਪਾਂ ਸੰਗਤਰਾ ਲੈਨੇ ਆ ਨਾ ਜੀ, ਮੋਟੀ ਜੀ ਉਦਾਹਰਨ ਹੈ। ਸੰਗਤਰੇ ਨੂੰ ਆਪਾਂ ਉੱਪਰੋਂ ਛਿੱਲਦੇ ਆ ਤੇ ਉਹਦੀ ਜਿਹੜੀ ਅਸਥੂਲ ਛਿੱਲ ਹੈ ਨਾ, ਉਹ ਆਪਾਂ ਉੱਤੋਂ ਲਾ ਦਿੰਨੇ ਆ। ਥੱਲੇ ਕੀ ਹੈ ਜੀ? ਥੱਲੇ ਫਾੜੀਆਂ ਨੇ। ਉਹਨਾਂ ਫਾੜੀਆਂ ਦੇ ਉੱਤੇ ਮਾੜੀ ਮਾੜੀ ਝਿੱਲੀ ਹੈ, ਉਹ ਹੈ ਜੀ ਸੂਖਮ ਸਰੀਰ ਹੈ। ਤੇ ਉਹਦੇ ਥੱਲੇ ਕੀ ਹੈ ਜੀ? ਰਸ ਹੈ। ਉਹ ਜਿਹੜਾ ਰਸ ਹੈ ਉਹਨੂੰ ਕਾਰਨ ਸਰੀਰ ਮੰਨਿਆ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵੀ ਤਿੰਨ ਸਰੀਰ, ਤਿੰਨ ਹਿੱਸੇ ਜਿਹੜੇ ਨੇ ਉਹ ਵਿਦਵਾਨਾਂ ਨੇ ਮੰਨੇ ਨੇ। ਹਜੂਰ ਕਹਿੰਦੇ ਨੇ ਭਾਈ ਜਿਹੜਾ ਸਥੂਲ ਸਰੀਰ ਹੈ ਅਤੇ ਜਿਹੜਾ ਸੂਖਮ ਸਰੀਰ ਹੈ, ਇਹਨਾਂ ਨੂੰ ਤਾਂ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੋਵੇਗੀ ਸ਼ਬਦ ਹਰ ਨਾਏ, ਜਦੋਂ ਗੁਰੂ ਦੇ ਉਪਦੇਸ਼ ਦੁਆਰਾ ਸੋ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਕਮਾਈ ਕਰਨਗੇ। ਫਿਰ ਇਹ ਸਰੀਰ ਨੂੰ ਸੁੱਖ ਹੈ। ਫਿਰ ਸਾਡੇ ਜਿਹੜੇ ਅੰਦਰਲੇ ਸਰੀਰ ਨੇ ਨਾ ਜੀ, ਸਰੀਰ ਦੇ ਦੂਜੇ ਦੋ ਹਿੱਸੇ ਜਿਹੜੇ ਨੇ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਵੀ ਭਾਈ ਸੁੱਖ ਹੁੰਦਾ। ਨਾਮ ਪਰਮਲ ਹਿਰਦੈ ਰਹਿਆ ਸਮਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਚੰਦਨ ਹੈ ਨਾ, ਇਹ ਉਹਨਾਂ ਦੇ ਹਿਰਦੇ ਵਿੱਚ ਸਮਾਇਆ ਰਹਿੰਦਾ ਹੈ। ਸੰਗਤ ਜੀ, ਜਿਨ੍ਹਾਂ ਦੇ ਮਨ ਨੂੰ ਵੀ ਸੰਤੋਖ ਹੈ, ਅੱਖਾਂ ਨੂੰ ਵੀ ਸੰਤੋਖ ਹੈ, ਮਨ ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ, ਫਿਰ ਉਹਨਾਂ ਦੇ ਹਿਰਦੇ ਵਿੱਚ ਨਾਮ ਰੂਪੀ ਪਰਮਲ ਹੈ, ਚੰਦਨ ਹੈ। ਕਿਤੇ ਤੁਸੀਂ ਉਹਨਾਂ ਦੇ ਕੋਲ ਬੈਠੋਗੇ ਨਾ, ਤੇ ਉਹਨਾਂ ਦੇ ਕੋਲੋਂ ਤੁਹਾਨੂੰ ਚੰਦਨ ਦੀ ਖੁਸ਼ਬੂ ਆਵੇਗੀ।
ਜ਼ਿਕਰ ਆਉਂਦਾ ਹੈ ਡਾਕਟਰ ਭਾਈ ਵੀਰ ਸਿੰਘ ਜੀ ਦਾ। ਇੱਕ ਦਿਨ ਆਪ ਪਰਿਕਰਮਾ ਦੇ ਵਿੱਚ ਬੈਠੇ ਹੋਏ ਸਨ ਤੇ ਉਹਨਾਂ ਦੇ ਨਾਲ ਪਿਆਰ ਕਰਨ ਵਾਲੇ ਗੁਰਮੁਖ ਪਿਆਰੇ ਉਹਨਾਂ ਦੇ ਕੋਲ ਆ ਕੇ ਬੈਠ ਗਏ ਤੇ ਉਹਨਾਂ ਨੂੰ ਬੈਠਿਆਂ ਬੈਠਿਆਂ ਬੜੀ ਸੁਗੰਧੀ ਉਹਨਾਂ ਦੇ ਸਰੀਰ ਵਿੱਚੋਂ ਪ੍ਰਾਪਤ ਹੋਈ ਤੇ ਉਹਨਾਂ ਨੇ ਪੁੱਛ ਲਿਆ, ਕਹਿਣ ਲੱਗੇ ਭਾਈ ਸਾਹਿਬ ਜੀ ਅੱਜ ਬੜਾ ਤੁਸੀਂ ਸੈਂਟ ਲਾਇਆ ਜਾਪਦਾ ਸਰੀਰ ਨੂੰ, ਬੜੀ ਖੁਸ਼ਬੂ ਆ ਰਹੀ ਹੈ ਤੁਹਾਡੇ ਕੋਲੋਂ ਸੈਂਟ ਦੀ। ਭਾਈ ਸਾਹਿਬ ਜੀ ਕਹਿਣ ਲੱਗੇ ਭਾਈ ਸੈਂਟ ਤਾਂ ਨਹੀਂ ਲਾਇਆ। ਕਹਿਣ ਲੱਗੇ ਨਹੀਂ ਬੜੀ ਖੁਸ਼ਬੂ ਆਉਂਦੀ ਹੈ। ਕਹਿੰਦੇ ਅੱਛਾ। ਸੰਗਤ ਜੀ ਅਗਲੇ ਦਿਨ ਤੋਂ ਭਾਈ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਫੁੱਲਾਂ ਦਾ ਗੁਲਦਸਤਾ ਭੇਟਾ ਕਰਨਾ ਆਰੰਭ ਕੀਤਾ, ਜਿਹੜਾ ਅੱਜ ਤੱਕ ਅੰਮ੍ਰਿਤ ਵੇਲੇ ਫੁੱਲਾਂ ਦਾ ਗੁਲਦਸਤਾ ਭਾਈ ਸਾਹਿਬ ਜੀ ਦੇ ਅਸਥਾਨ ਤੋਂ ਹਰਿਮੰਦਰ ਸਾਹਿਬ ਪਹੁੰਚਦਾ ਹੈ। ਇਹ ਉਹਨਾਂ ਗੁਰਮੁਖਾਂ ਦੀ ਨਿਸ਼ਾਨੀ ਹੈ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰੂਪੀ ਚੰਦਨ ਸਮਾਰਿਆ ਹੈ ਨਾ ਜੀ। ਉਹਨਾਂ ਦੇ ਕੋਲ ਬੈਠੋਗੇ ਤੇ ਤੁਹਾਨੂੰ ਸੁਗੰਧੀ ਆਵੇਗੀ। ਨਾਨਕ ਮਸਤਕ ਜਿਸ ਵੱਡ ਭਾਗ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਚੰਗੇ ਭਾਗ ਹਨ। ਗੁਰ ਕੀ ਬਾਣੀ ਸਹਿਜ ਬੈਰਾਗ। ਉਹ ਗੁਰੂ ਕੀ ਬਾਣੀ ਨਾਲ ਜੁੜਦੇ ਨੇ, ਬਾਣੀ ਪੜ੍ਹਦੇ ਨੇ। ਸੰਗਤ ਜੀ ਬਾਣੀ ਦੀ ਵਿਚਾਰ ਕਰਦੇ ਨੇ ਤੇ ਫਿਰ ਉਹਨਾਂ ਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ। ਵੈਰਾਗ ਵੀ ਕਈ ਪ੍ਰਕਾਰ ਦਾ ਵਿਦਵਾਨਾਂ ਨੇ ਮੰਨਿਆ ਹੈ ਤੇ ਪਰ ਇਹ ਜਿਹੜਾ ਵਿਰਾਗ ਪ੍ਰਭੂ ਨੂੰ ਮਿਲਣ ਦਾ ਵਿਰਾਗ ਹੈ ਨਾ, ਉਹ ਗੁਰੂ ਕੀ ਬਾਣੀ ਪੜ੍ਹ ਕੇ ਸੁਣ ਕੇ ਵਿਚਾਰ ਕੇ ਫਿਰ ਉਹਨਾਂ ਗੁਰਮੁਖਾਂ ਦੇ ਅੰਦਰ ਸੰਗਤ ਜੀ ਇਹ ਵਿਰਾਗ ਜਿਹੜਾ ਹੈ ਨਾ ਉਹ ਪੈਦਾ ਹੁੰਦਾ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੇ ਅੰਦਰ ਅੱਜ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਆਪਾਂ ਵੀ ਯਤਨ ਕਰੀਏ ਇਹਨਾਂ ਇੰਦਰੀਆਂ ਨੂੰ ਸੰਤੋਖ ਆਵੇਗਾ ਕਿਵੇਂ? ਜਦੋਂ ਆਪਾਂ ਗੁਰੂ ਕੀ ਬਾਣੀ ਪੜਾਂਗੇ, ਪਿਆਰ ਨਾਲ ਪੜਾਂਗੇ, ਨਾਮ ਜਪਾਂਗੇ, ਸਿਮਰਨ ਕਰਾਂਗੇ ਤੇ ਫਿਰ ਇਹਨਾਂ ਨੂੰ ਸੰਗਤ ਜੀ ਸੰਤੋਖ ਪ੍ਰਾਪਤ ਹੋਵੇਗਾ, ਟਿਕਾਓ ਪ੍ਰਾਪਤ ਹੋਵੇਗਾ। ਆਓ ਪਿਆਰ ਸਹਿਤ ਲੜੀਵਾਰ ਚੱਲ ਰਹੀ ਕਥਾ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਗਲ ਮਾਇਆ ਮੋਹ ਉਪਾਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਰਾਗ ਬਿਲਾਵਲ ਅੰਦਰ ਜਿੱਤੇ 7 ਵਾਰਾਂ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸੰਗਤ ਜੀ। 2 ਵਾਰਾਂ ਦਾ ਆਪਾਂ ਪਿੱਛੇ ਜ਼ਿਕਰ ਕੀਤਾ ਸੀ, ਆਦਿਤਵਾਰ ਅਤੇ ਸੋਮਵਾਰ। ਐਤਵਾਰ ਤੇ ਸੋਮਵਾਰ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਵਿਚਾਰੀ ਸੀ। ਅੱਜ ਹਜ਼ੂਰ ਮੰਗਲਵਾਰ ਦੁਆਰਾ ਉਪਦੇਸ਼ ਦਿੰਦੇ ਨੇ। ਮੰਗਲ ਇਹ ਪ੍ਰਿਥਵੀ ਦਾ ਪੁੱਤਰ ਮੰਨਿਆ ਹੈ ਔਰ ਪ੍ਰਿਥਵੀ ਦੇ ਪੁੱਤਰ ਮੰਗਲ ਦੇ ਨਾਮ ਤੇ ਮੰਗਲਵਾਰ ਮੰਨਿਆ ਜਾਂਦਾ ਹੈ। ਮੰਗਲ ਮਾਇਆ ਮੋਹ ਉਪਾਇਆ। ਸਤਿਗੁਰੂ ਜੀ ਕਹਿੰਦੇ ਮੰਗਲਵਾਰ ਦੁਆਰਾ ਪਰਮੇਸ਼ਰ ਨੇ ਮਾਇਆ ਦਾ ਮੋਹ ਹਰੇਕ ਜੀਵ ਦੇ ਅੰਦਰ ਪੈਦਾ ਕੀਤਾ। ਆਪੇ ਸਿਰ ਸਿਰ ਧੰਦਾ ਲਾਇਆ। ਆਪ ਹੀ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਸਿਰ ਬਸਿਰ ਧੰਦਿਆਂ ਦੇ ਵਿੱਚ, ਕਾਰੋਬਾਰ ਦੇ ਵਿੱਚ
ਲਾਉਣਾ ਕੀਤਾ। ਆਪ 부ਝਾਏ ਸੋਈ ਬੂਝੈ। ਪਰ ਆਪਣੇ ਸਰੂਪ ਦੀ ਲਖਤਾ ਜਿਸ ਨੂੰ ਸਮਝਾਉਂਦਾ ਹੈ ਉਹੀ ਭਾਈ ਸਮਝਦਾ ਹੈ। ਗੁਰ ਕਾ ਸ਼ਬਦ ਦਰ ਘਰ ਸੂਝੈ। ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਨੇ, ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ, ਉਹਨਾਂ ਨੂੰ ਵਾਹਿਗੁਰੂ ਦਾ ਦਰ ਅਤੇ ਵਾਹਿਗੁਰੂ ਦਾ ਘਰ ਜਿਹੜਾ ਹੈ ਨਾ ਜੀ, ਉਹ ਸੂਝੈ ਦਿਸ ਪੈਂਦਾ ਹੈ। ਪ੍ਰੇਮ ਭਗਤ ਕਰੇ ਲਿਵ ਲਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਲਿਵ ਲਾ ਕੇ ਬਿਰਤੀ ਜੋੜ ਕੇ ਪ੍ਰੇਮਾ ਭਗਤੀ ਕਰਦੇ ਹਨ। ਹਉਮੈ ਮਮਤਾ ਸ਼ਬਦ ਜਲਾਏ। ਇਉਂ ਪ੍ਰੇਮਾ ਭਗਤੀ ਕਰਕੇ ਉਹ ਆਪਣੇ ਅੰਦਰੋਂ ਹੰਗਤਾ ਮਮਤਾ ਨੂੰ ਸੰਗਤ ਜੀ ਸ਼ਬਦ ਦੀ ਰਾਹੀਂ, ਸ਼ਬਦ ਦੀ ਕਮਾਈ ਕਰਕੇ ਹੰਗਤਾ ਮਮਤਾ ਨੂੰ ਜਲਾਏ, ਸਾੜ ਦਿੰਦੇ ਨੇ, ਨਾਸ ਕਰ ਦਿੰਦੇ ਨੇ। ਫਿਰ ਉਹਨਾਂ ਦੇ ਅੰਦਰ ਹੰਗਤਾ ਮਮਤਾ ਮੇਰ ਤੇਰ ਨਹੀਂ ਰਹਿੰਦੀ। ਬੁੱਧਵਾਰ ਆਪੇ ਬੁੱਧ ਸਾਰ। ਬੁੱਧਵਾਰ ਦੁਆਰਾ ਸਤਿਗੁਰੂ ਜੀ ਪਾਵਨ ਉਪਦੇਸ਼ ਦਿੰਦੇ ਨੇ ਸੰਗਤ ਜੀ। ਚੰਦਰਮਾ ਦਾ ਪੁੱਤਰ ਬੁੱਧ ਹੋਇਆ ਹੈ ਤੇ ਉਹਦੇ ਨਾਂ ਤੇ ਇਹ ਵਿਦਵਾਨਾਂ ਦੀ ਵਿਚਾਰ ਹੈ ਕਿ ਚੰਦਰਮਾ ਦੇ ਪੁੱਤਰ ਬੁੱਧ ਦੇ ਨਾਮ ਤੋਂ ਬੁੱਧਵਾਰ ਪਿਆ ਹੈ। ਸੱਚੇ ਪਾਤਸ਼ਾਹ ਜੀ ਬੁੱਧਵਾਰ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਪੇ ਬੁੱਧ ਸਾਰ। ਪਰਮੇਸ਼ਰ ਆਪ ਹੀ ਜੀਵਾਂ ਨੂੰ ਸਾਰ ਸ੍ਰੇਸ਼ਟ ਬੁੱਧ ਅਕਲ ਦਿੰਦਾ ਹੈ। ਆਪ ਹੀ ਕਿਸੇ ਨੂੰ ਮਾੜੀ ਅਕਲ ਦੇ ਦਿੰਦਾ, ਕਿਸੇ ਨੂੰ ਚੰਗੀ ਅਕਲ ਦੇ ਦਿੰਦਾ ਸੰਗਤ ਜੀ। ਪਰ ਉਹ ਵਰਤਦਾ ਆਪ ਹੀ ਹੈ। ਬੁੱਧਵਾਰ ਆਪੇ ਬੁੱਧ ਸਾਰ। ਸਤਿਗੁਰੂ ਜੀ ਕਹਿੰਦੇ ਨੇ ਬੁੱਧਵਾਰ ਦੁਆਰਾ ਆਪ ਹੀ ਸਾਰਿਆਂ ਨੂੰ ਚੰਗੀ ਸ੍ਰੇਸ਼ਟ ਬੁੱਧ ਬਖਸ਼ਿਸ਼ ਕਰਦਾ। ਗੁਰਮੁਖ ਕਰਨੀ ਸ਼ਬਦ ਵਿਚਾਰ। ਸੰਗਤ ਜੀ ਜਿਨ੍ਹਾਂ ਦਾ ਮੁਖ ਗੁਰੂ ਵੱਲੇ ਹੈ, ਉਹਨਾਂ ਗੁਰਮੁਖਾਂ ਦੀ ਕਰਨੀ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਸ਼ਬਦ ਵਿਚਾਰ। ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ, ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਨੇ। ਉਹ ਦੁਨਿਆਵੀ ਗੱਲਾਂ ਨਹੀਂ ਕਰਦੇ, ਇੱਧਰ ਉੱਧਰ ਦੀਆਂ ਗੱਪਾਂ ਨਹੀਂ ਮਾਰਦੇ। ਜਿੱਤੇ ਵੀ ਬਹਿੰਦੇ ਨੇ ਨਾ ਜੀ, ਉੱਤੇ ਹੀ ਉਹ ਗੁਰੂ ਦੇ ਸ਼ਬਦ ਨਾਲ ਆਪ ਵੀ ਜੁੜਦੇ ਨੇ ਤੇ ਹੋਰਨਾਂ ਨੂੰ ਵੀ ਜੋੜਦੇ ਨੇ। ਨਾਮ ਰਤੇ ਮਨ ਨਿਰਮਲ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਗਿਆ ਭਾਈ, ਉਹਨਾਂ ਦਾ ਮਨ ਜਿਹੜਾ ਪਵਿੱਤਰ ਹੋ ਗਿਆ। ਹਰ ਗੁਣ ਗਾਵੇ ਹਉਮੈ ਮਲ ਖੋਏ। ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਉਹ ਆਪਣੇ ਅੰਦਰੋਂ ਹਉਮੈ ਦੀ ਜਿਹੜੀ ਮੈਲ ਹੈ ਉਹਨੂੰ ਨਿਵਰਤ ਕਰ ਲੈਂਦੇ ਨੇ। ਦਰ ਸੱਚਾ ਸਦ ਸੋਭਾ ਪਾਏ। ਵਾਹਿਗੁਰੂ ਦੇ ਸੱਚੇ ਦਰਬਾਰ ਵਿੱਚ ਸੰਗਤ ਜੀ ਫਿਰ ਉਹਨਾਂ ਨੂੰ ਸ਼ੋਭਾ ਵਡਿਆਈ ਇੱਜ਼ਤ ਪ੍ਰਾਪਤ ਹੁੰਦੀ ਹੈ। ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇਉ। ਫਿਰ ਉਹਨਾਂ ਦੀ ਨਰਾਦਰੀ ਕੋਈ ਨਹੀਂ ਕਰਦਾ। ਫਿਰ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਭਰਾਟ ਕਿੱਥੋਂ ਆਇਆ ਹੈ, ਨਹੀਂ, ਉਹਨਾਂ ਨੂੰ ਆਂਦੇ ਨੇ ਜੀ ਆਇਆਂ ਨੂੰ ਪਿਆਰ ਨਾਲ ਵਟਾ ਕੇ ਉਹਨਾਂ ਨੂੰ ਸਤਿਕਾਰ ਦਿੰਦੇ ਨੇ। ਨਾਮ ਰਤੇ ਗੁਰ ਸ਼ਬਦ ਸੁਹਾਏ। ਜਿਹੜੇ ਗੁਰੂ ਦੇ ਸ਼ਬਦ ਦੀ ਰਾਹੀਂ ਨਾਮ ਵਿੱਚ ਰੰਗੇ ਗਏ ਸੰਗਤ ਜੀ, ਉਹ ਨਾਮ ਤੇ ਗੁਰੂ ਦੇ ਸ਼ਬਦ ਦੁਆਰਾ ਸ਼ੋਭਨੀਕ ਹੋਏ। ਲਾਹਾ ਨਾਮ ਪਾਏ ਗੁਰਦੁਆਰ। ਗੁਰੂ ਦੇ ਦਰ ਤੇ ਆ ਕਰਕੇ ਉਹਨਾਂ ਨੇ ਨਾਮ ਦਾ ਲਾਹਾ ਪ੍ਰਾਪਤ ਕੀਤਾ। ਆਪੇ ਦੇਵੈ ਦੇਵਨਹਾਰ। ਦਾਤਾਂ ਦੇਣ ਵਾਲਾ ਵਾਹਿਗੁਰੂ ਆਪ ਹੀ ਨਾਮ ਦੀ ਦਾਤ ਵੀ ਦਿੰਦਾ ਸੰਗਤ ਜੀ।
ਨਾਮ ਦੀ ਦਾਤ ਵੀ ਉਹ ਪਰਮੇਸ਼ਰ ਆਪ ਕਿਰਪਾ ਕਰਕੇ ਦਿੰਦਾ ਹੈ। ਜਿਨ੍ਹਾਂ ਤੇ ਤਰੁੱਟਦਾ ਹੈ ਨਾ, ਉਹਨਾਂ ਨੂੰ ਨਾਮ ਦੀ ਦਾਤ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਹੁੰਦੀ ਹੈ। ਫਿਰ ਉਹ ਪੰਜਾਂ ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ ਤੇ ਕਮਾਈ ਕਰਦੇ ਨੇ। ਫਿਰ ਉਹ ਵਾਰ-ਵਾਰ, ਮੈਂ ਵੀ ਬੇਨਤੀ ਕਰਾਂ, ਵਾਰ-ਵਾਰ ਉਹ ਅਰਦਾਸ ਨਹੀਂ ਕਰਾਉਂਦੇ ਜੀ, ਅਰਦਾਸ ਕਰੋ ਸਾਨੂੰ ਨਾਮ ਦੀ ਦਾਤ ਮਿਲ ਜਾਵੇ। ਭਾਈ ਤੁਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਪੰਜਾਂ ਪਿਆਰਿਆਂ ਨੇ ਨਾਮ ਦੀ ਦਾਤ ਤੁਹਾਨੂੰ ਦਿੱਤੀ ਹੈ, ਤੁਹਾਨੂੰ ਤਾਂ ਕਮਾਈ ਕਰਨੀ ਚਾਹੀਦੀ ਸੀ। ਤੁਸੀਂ ਹੁਣ ਵਾਰ-ਵਾਰ ਨਾਮ ਦੀ ਦਾਤ ਮੰਗੀ ਜਾਂਦੇ ਹੋ। ਸੱਚੇ ਪਾਤਸ਼ਾਹ ਜੀ ਨੇ ਤਾਂ ਤੁਹਾਡੇ ਤੇ ਕਿਰਪਾ ਕੀਤੀ ਹੈ। ਸੰਗਤ ਜੀ, ਗੁਰੂ ਦੇ ਦਰ ਤੇ ਆ ਕਰਕੇ ਉਹ ਲਾਹਾ ਪ੍ਰਾਪਤ ਕਰਦੇ ਨੇ ਤੇ ਇਹ ਦਾਤ ਵੀ ਸੱਚੇ ਪਾਤਸ਼ਾਹ ਜੀ ਨੇ ਆਪ ਉਹਨਾਂ ਨੂੰ ਦਿੱਤੀ ਹੈ। ਜੋ ਦੇਵੈ ਤਿਸ ਕਉ ਬਲ ਜਾਈਐ। ਜਿਸ ਵਾਹਿਗੁਰੂ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਨੇ ਭਾਈ, ਉਹਦੇ ਤੋਂ ਕੁਰਬਾਨ ਜਾਈਏ। ਗੁਰ ਪ੍ਰਸਾਦੀ ਆਪ ਗਵਾਈਐ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਆਪਾ ਭਾਵ ਨੂੰ ਗਵਾਉਣਾ ਕਰੀਏ। ਸੰਗਤ ਜੀ, ਆਪਾ ਭਾਵ ਜਦੋਂ ਗਵਾਚ ਜਾਵੇਗਾ ਉਦੋਂ ਸਾਡੇ ਅੰਦਰ ਨਿਮਰਤਾ ਆਵੇਗੀ। ਪਰ ਜਿੰਨਾ ਚਿਰ ਸਾਡੇ ਵਿੱਚ ਆਪਾ ਭਾਵ ਹੈ, ਅਸੀਂ ਆਪਾ ਭਾਵ ਦਾ ਪ੍ਰਗਟਾਵਾ ਕਰਦੇ ਰਵਾਂਗੇ ਕਿ ਮੈਂ ਗਿਆਨੀ ਹਾਂ ਜੀ, ਮੈਂ ਇੰਨਾ ਨਿਤਨੇਮੀ ਹਾਂ ਜੀ। ਪਰ ਜਦੋਂ ਆਪਾ ਭਾਵ ਗਵਾਚ ਜਾਵੇਗਾ ਤੇ ਉਦੋਂ ਕੀ ਹੋਵੇਗਾ? ਜੇ ਕੋਈ ਪੁੱਛੇਗਾ ਕਿ ਕਿਤਨਾ ਨਿਤਨੇਮ ਕੀਤਾ ਹੈ, ਤੇ ਫਿਰ ਇਹ ਹੱਥ ਜੋੜ ਕੇ ਕਹੇਗਾ ਜੀ ਜਿੰਨਾ ਸਤਿਗੁਰੂ ਜੀ ਨੇ ਕਰਾ ਲਿਆ ਹੈ। ਇਹਦਾ ਭਾਵ ਹੈ ਵੀ ਆਪਾ ਭਾਵ ਗਵਾਚ ਗਿਆ। ਸਤਿਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਆਪਾ ਭਾਵ ਨੂੰ ਗਵਾਉਣਾ ਕਰੀਏ। ਨਾਨਕ ਨਾਮ ਰੱਖੋ ਔਰ ਧਾਰ। ਹਜੂਰ ਕਹਿੰਦੇ ਨੇ ਭਾਈ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖੋ। ਦੇਵਨ ਹਾਰੇ ਕਉ ਜੈਕਾਰ। ਅਤੇ ਜਿਸ ਵਾਹਿਗੁਰੂ ਨੇ ਨਾਮ ਦੀ ਦਾਤ ਦਿੱਤੀ ਹੈ, ਜਿਸ ਵਾਹਿਗੁਰੂ ਨੇ ਇਹ ਦੁਨਿਆਵੀ ਦਾਤਾਂ ਦਿੱਤੀਆਂ ਨੇ, ਉਹਦੀ ਜੈ ਜੈਕਾਰ ਕਰੀਏ। ਭਾਵ ਉਹਦੀ ਸ਼ੋਭਾ ਕਰੀਏ, ਉਹਦੀ ਵਡਿਆਈ ਕਰੀਏ। ਅਥਵਾ ਦੇਵੜਾਰੇ ਕੋ ਜੈਕਾਰ। ਜਿਸ ਵਾਹਿਗੁਰੂ ਨੇ ਇਹ ਦਾਤਾਂ ਦਿੱਤੀਆਂ ਨੇ ਨਾ ਭਾਈ, ਉਹਨੂੰ ਸਦੀਵ ਕਾਲ ਜੈਕਾਰ ਨਮਸਕਾਰ ਕਰੀਏ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਚੱਲ ਰਹੇ 7 ਵਾਰਾਂ ਦੀ ਕਥਾ ਵਿਚਾਰ ਵਿੱਚ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਪਰਮੇਸ਼ਰ ਨੇ ਜਿੱਥੇ ਸ੍ਰਿਸ਼ਟੀ ਰਚੀ ਹੈ, ਉੱਤੇ ਜੀਵਾਂ ਨੂੰ ਸਿਰ ਬਸਿਰ ਧੰਦੇ ਲਾਇਆ ਹੈ। ਕੋਈ ਕਿਰਤ ਕਰਦਾ ਹੈ, ਕੋਈ ਕਿਰਤ ਕਰਦਾ ਹੈ। ਸੰਗਤ ਜੀ, ਪਰ ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਨੇ ਸਾਨੂੰ ਇਹ ਕਿਰਤ ਦਿੱਤੀ ਹੈ ਨਾ, ਸਦੀਵ ਕਾਲ ਉਹਦੇ ਨਾਲ ਜੁੜੇ ਰਹੀਏ, ਉਹਦੀ ਵਡਿਆਈ ਦੇ ਵਿੱਚ ਜੁੜੇ ਰਹੀਏ। ਇਹ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ। ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਜੋ ਦੇਵੈ ਤਿਸ ਕਉ ਬਲ ਜਾਈਐ। ਗੁਰ ਪ੍ਰਸਾਦੀ ਆਪ ਗਵਾਈਐ। ਨਾਨਕ ਨਾਮ ਰੱਖੋ ਔਰ ਧਾਰ। ਦੇਵਨ ਹਾਰੇ ਕਉ ਜੈਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।